विवाद भी जुड़ गए ने हुण सिमरनजीत सिंह मान दे नाल, क्योंकि बहुत लंबे समय तो बाद जित भी हासिल की है, सारे लोग हुण उन्हां नूं सुणदे भी ने। लेकिन इस विचाले जो बयान आया जिस ते तुसीं चर्चा भी की, शहीद भगत सिंह नूं लैके जो बयान आया उस दे उत्ते स्पष्ट चाहांगे कि उस दे उत्ते की स्टैंड रखदी है श्रोमणी अकाली दल अमृतसर, या फिर सिमरनजीत सिंह मान की स्टैंड रखते हैं? किस पक्षों जी? शहीद भगत सिंह नूं जी अतवादी कहते, क्योंकि बहुत चर्चा इस वेले चल रही है, सोशल मीडिया ते भी जिक्र करिए तो बहुत चर्चा इस दे उत्ते चल रही है। शहीद भगत सिंह जी दे जिहड़े उन्हां ने काम कीते हैं, वो उस समय जब स्कॉट एक एसपी जिन्हें लाठी चार्ज कराया सी गैदरिंग के उत्ते, जिहदे विच लाला लाजपत राय सीगे। लाला लाजपत राय हार्ट से पहला भी फ्लूरेसी दे पेशेंट सीगे और उन्हां नूं उस गैदरिंग चों जिहड़ी स्ट्रेन हुई, जिहड़ी लाठी चार्ज होया, जिहड़ा हमला होया, ਉਹਦੇ ਵਿੱਚ ਜਿਹੜਾ ਉਹਨਾਂ ਦੇ ਸਰੀਰ ਨੂੰ ਨੁਕਸਾਨ ਹੋਇਆ, ਉਹ ਹਸਪਤਾਲ 'ਚ ਦਾਖਲ ਕੀਤੇ ਗਏ ਔਰ ਉਸ ਦੌਰਾਨ 6 ਦਿਨ 7 ਦਿਨ ਜਿੰਨਾ ਇਤਿਹਾਸ ਦੱਸਦਾ, ਤੁਸੀਂ ਆਨਲਾਈਨ ਦੇਖ ਸਕਦੇ ਹੋ, ਉਹਨਾਂ ਦਾ ਬਹੁਤ ਦੁਖਨਾਇਕ ਦੇਹਾਂਤ ਹੋ ਗਿਆ ਜੀ। ਔਰ ਸਰ ਭਗਤ ਸਿੰਘ ਹੋਣਾ ਨੇ ਸਪੌਟ ਜਿਹੜਾ ਐਸਪੀ ਸੀ ਉਹਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਹਨੂੰ टारगेट किया और जिहड़ा उन्हां दे उत्ते जाके हमला किया, राजगुरु जी ने गोली मारी। पहला एक गोरे अफसर नूं बाहर निकलदे होए उहनूं समझदे सीगे कि ये स्कॉट हैगा। जद भगत सिंह जी ने पिस्टल लैके उन्हां दे नेड़े होके गोलियां मारियां, वो निकलिया सौंडर्स। जिहड़े पोस्टर छपाए हुए सीगे, सौंडर्स एक नवा भर्ती होया अफसर सीगा, ASP सी, ਉਹਦਾ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ ਸੀ। ਔਰ ਉਸ ਤੋਂ ਉਪਰੰਤ ਜਿਹੜਾ ਉਹਦੇ ਨਾਲ ਪੁਲਿਸਮੈਨ ਸੀਗਾ ਇੱਕ ਗੁਰਸਿੱਖ ਚੰਨਣ ਸਿੰਘ, ਉਹਨੂੰ ਵੀ ਜਾਨੋਂ ਮਾਰਤਾ। ਸਰ ਤੁਸੀਂ ਇਸ ਕੇਸ ਦੀਆਂ ਡਿਟੇਲਸ ਪੜ੍ਹੀਆਂ ਨੇ? ਹਾਂਜੀ, ਤੁਸੀਂ ਇਸ ਕੇਸ ਦੀਆਂ ਡਿਟੇਲਸ ਪੜ੍ਹੀਆਂ ਨੇ? ਜੋ ਗਵਾਹੀਆਂ ਹੋਈਆਂ ਨੇ ਉਸ ਦੇ ਮੁਤਾਬਕ ਜੈਗੋਪਾਲ ਨੇ ਇਸ਼ਾਰਾ ਕਰਨਾ ਸੀ, ਜੈਗੋਪਾਲ ਨੇ ਇਸ਼ਾਰਾ ਕਰਨਾ ਸੀ ਜਦੋਂ ਸਕਾਟ ਨੇ ਬਾਹਰ ਆਉਣਾ ਸੀ। ਜੈਗੋਪਾਲ ਨੇ ਦੇਖਿਆ, ਉਸਨੇ ਇਸ਼ਾਰਾ ਕਰ ਦਿੱਤਾ ਸਕਾਟ ਹੈਗਾ ਹੈ। ਉਹਨਾਂ ਨੂੰ ਸਮਝ ਆ ਗਿਆ ਕਿ ਸਕਾਟ ਨਹੀਂ ਹੈ, ਇਹ ਕੋਈ ਹੋਰ ਹੈ। ਰਾਜਗੁਰੂ ਫਿਰ ਵੀ ਗੋਲੀ ਚਲਾਉਂਦਾ ਹੈ, ਫਿਰ ਭਗਤ ਸਿੰਘ ਗੋਲੀਆਂ ਮਾਰਦੇ ਨੇ, ਫਿਰ ਉੱਥੋਂ ਭੱਜਦੇ ਨੇ। ਚੰਨਣ ਸਿੰਘ ਉਹਨਾਂ ਦੇ ਪਿੱਛੇ ਭੱਜਦਾ ਹੈ। ਆਜ਼ਾਦ ਦੀ ਜਿਹੜੇ ਆਜ਼ਾਦ ਸਨ ਉਹਨਾਂ ਦੀ ਜ਼ਿੰਮੇਵਾਰੀ ਲੱਗੀ ਸੀ ਕਿ ਉਹਨਾਂ ਦਾ ਪਿੱਛਾ ਨਾ ਕੀਤਾ ਜਾਵੇ। ਆਜ਼ਾਦ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ, ਜੋ ਡੀਟੇਲ ਇਸ ਕੇਸ ਦੀ ਹੈ ਜੀ। तो ਹੁਣ ਸਵਾਲ ਇਹ ਉੱਠਦਾ ਹੈ ਕਿ ਸਰ ਭਗਤ ਸਿੰਘ ਨੇ ਨੇੜੇ ਹੋ ਕੇ ਜਿਹੜੀ ਪਿਸਤੌਲ ਚਲਾਈ ਸੀ, ਉਹ ਸਕਾਟ ਨੂੰ ਉਹ ਸਕਾਟ ਤਾਂ ਹੈ ਨਹੀਂ ਸੀਗਾ ਜੀ, ਤੇ ਉਹਨਾਂ ਨੇ ਸੌਂਡਰਸ ਜਿਹਦਾ ਇਸ ਪੱਖੋਂ ਕੋਈ ਕਸੂਰ ਨਹੀਂ ਸੀ ਕਿ ਉਹ ਲਾਠੀ ਚਾਰਜ 'ਚ ਸੀਗਾ, ਉਹਨੂੰ ਮਾਰਤਾ। ਹੁਣ ਇਹਦੇ ਬਾਰੇ ਆਪਾਂ ਕੀ ਕਹਿ ਸਕਦੇ ਹਾਂ? ਜੇ ਆਪਾਂ ਦੂਜੇ ਪਾਸੇ ਦੇਖੀਏ, ਜਿਹੜੇ ਸੁਨਾਮ ਤੋਂ ਸਾਡੇ ਹੈਗੇ ਆ, ਉਹਨਾਂ ਨੇ ਜਨਰਲ ਡਾਇਰ ਜਿਹੜਾ ਇੱਕ ਬੁੱਚੜ ਸੀ, ਕਿਲਰ ਸੀਗਾ, ਜਿਹਨੇ ਮਨੁੱਖਤਾ ਦੇ ਬਹੁਤ ਬਰਖਲਾਫ ਗੋਲੀਆਂ ਚਲਾ ਕੇ ਬਹੁਤ ਸਾਰਿਆਂ ਦਾ ਕਤਲ ਕੀਤਾ, ਉਹਨੂੰ ਟਾਰਗੇਟ ਕਰਕੇ ਇੰਗਲੈਂਡ ਜਾ ਕੇ ਉਹਨਾਂ ਨੇ ਆਪਣਾ ਮਿਸ਼ਨ ਕੰਪਲੀਟ ਕੀਤਾ ਜੀ। ਫਿਰ ਆਪਾਂ ਦੇਖਦੇ ਹੈਗੇ ਆ ਕਿ ਸਰ ਭਗਤ ਸਿੰਘ ਅਨਾਰਕਿਸਟ ਸੀਗੇ। ਸਰ ਭਗਤ ਸਿੰਘ ਨਹੀਂ ਕਿਸੇ ਵੀ ਕਿਸੇ ਅਥਾਰਟੀ ਨੂੰ ਨਹੀਂ ਮੰਨਦੇ ਸੀਗੇ। ਉਹਨਾਂ ਦਾ ਅਨਾਰਕੀ ਦਾ ਜਿਹੜਾ ਸੋਚ ਸੀਗੀ, ਅੰਗਰੇਜ਼ਾਂ ਦੀ ਅਥਾਰਟੀ ਨੂੰ ਮੰਨਣਾ ਚਾਹੀਦਾ ਸੀ ਜੀ। ਨਹੀਂ ਜੀ, ਨਹੀਂ ਜੀ, ਨਹੀਂ ਜੀ, ਨਹੀਂ। ਅਨਾਰਕੀ ਕਿਸੇ ਵੀ ਸਿਸਟਮ ਨੂੰ ਨਹੀਂ ਮੰਨਦੀ। ਅਨਾਰਕੀ ਹਮੇਸ਼ਾ ਜਿਹੜੀ ਵੀ ਹੁਕੂਮਤ ਆ ਉਹਦੇ ਬਰਖਲਾਫ ਹੁੰਦੀ ਹੈਗੀ ਹੈ। ਦੈਟ ਇਜ਼ ਵਾਟ ਐਨ ਅਨਾਰਕਿਸਟ ਇਜ਼। ਚਾਹੇ ਅੰਗਰੇਜ਼ ਹੋਏ, ਚਾਹੇ ਇਹ ਦੇਸ਼ ਹੋਏ, ਕੋਈ ਵੀ ਹੁਕੂਮਤ ਜਿਹੜੀ ਪਾਵਰ ਰੱਖਦੀ ਹੈ, ਅਨਾਰਕੀ ਸਟ੍ਰਾਈਵਸ ਐਂਡ ਰੈਵੋਲੂਸ਼ਨਾਈਜ਼ਸ ਅਗੇਂਸਟ ਦੈਟ। ਅੱਜ ਦੀ ਹੁਕੂਮਤ ਦੇ ਅਗੇਂਸਟ ਵੀ ਅਨਾਰਕਿਸਟ ਬਰਖਲਾਫ ਹੋਊਗਾ। ਇਹ ਉਹਨਾਂ ਦਾ ਫਲਸਫਾ ਸੀਗਾ, ਠੀਕ ਹੈ ਨਾ ਜੀ। ਹੁਣ ਜੇ ਇਹ ਫਲਸਫਾ ਹੈਗਾ, ਜਿਵੇਂ ਹੁਣ ਬਰਗਾੜੀ ਦੇ ਵਿੱਚ 2 ਨੌਜਵਾਨਾਂ ਨੂੰ ਪੁਲਿਸ ਨੇ ਗੋਲੀ ਤੇ ਮਾਰਿਆ, ਠੀਕ ਹੈ ਨਾ ਜੀ। 1984 ਚ ਕਤਲੇਆਮ ਸਿੱਖਾਂ ਦਾ ਸਟੇਟ ਨੇ ਖੁੱਲੇ ਤੇ ਸ਼ਰੇਆਮ ਕਰਾਇਆ, ਉੱਥੇ ਜਿੱਥੇ ਆਰਮੀ, ਨੇਵੀ, 에ਅਰਫੋਰਸ, BSF, ITBP
CRPF CISF ਦੇ ਹੈੱਡਕੁਆਟਰਸ ਹੈ। 3 ਦਿਨ ਸ਼ਰੇਆਮ ਖੁੱਲੀ ਸਿੱਖਾਂ ਦਾ ਕਤਲੇਆਮ ਕਰਾਇਆ। ਹੁਣ ਮੈਨੂੰ ਦੱਸੋ ਜਿਹੜੇ ਸਾਡੇ ਸਪੋਰਟਰ ਹੈ, ਜੇ ਮੈਂ ਉਹਨਾਂ ਨੂੰ ਸਰ ਭਗਤ ਸਿੰਘ ਦੇ ਨੀਹਾਂ ਤੇ ਤੋਰਾਂ, ਜਿੱਥੇ ਸਰ ਸਿਮਰਨਜੀਤ ਸਿੰਘ ਮਾਨ ਅੱਜ ਪਾਰਲੀਮੈਂਟ ਜਾ ਰਹੇ ਆ, ਪਾਰਲੀਮੈਂਟ ਉਹਨਾਂ ਨੂੰ ਸੁਵਿਧਾ ਨੇ ਖੱਤ ਨਹੀਂ ਵਰਤਣ ਦੇ ਰਿਹਾ, ਆਪਣੀ ਕਿਰਪਾਨ ਨਹੀਂ ਲੈ ਕੇ ਜਾ ਰਿਹਾ। ਸਰ ਭਗਤ ਸਿੰਘ ਨੇ ਜਾ ਕੇ ਪਾਰਲੀਮੈਂਟ 'ਚ ਬੰਬ ਸੁੱਟਦੇ ਸੀ, ਸੈਂਟਰਲ ਲੈਜਿਸਲੇਚਰ। ਉਹਨਾਂ ਦਾ ਲੀਫਲੈਟ ਮੇਰੇ ਕੋਲ ਹੈ ਜੋ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਜਦੋਂ ਜਿਹੜਾ ਬੰਬ ਸੁੱਟਿਆ ਸੀ, ਉਹ ਵੀ ਬੰਬ ਉਹ ਨੁਕਸਾਨ ਪਹੁੰਚਾਉਣ ਵਾਲਾ ਨਹੀਂ ਸੀ, ਵਾਰਨਿੰਗ ਸ਼ਾਟਸ ਪਹਿਲਾਂ ਦਿੱਤੇ ਸੀ ਤਾਂ ਕਿ ਲੋਕ ਉੱਥੋਂ ਨਿਕਲ ਜਾਣ, ਤੇ ਨਾਲ ਉਹਨਾਂ ਨੇ ਇੱਕ ਲੀਫਲੈਟ ਸੁੱਟਿਆ ਸੀ। ਜੀ ਮੈਂ ਇਹ ਕਹਿ ਰਹੀ ਹਾਂ ਕਿ ਜਿਹੜੀਆਂ ਚੀਜ਼ਾਂ ਇਤਿਹਾਸ ਦੇ ਵਿੱਚ ਦਰਜ ਨੇ ਉਹਨਾਂ ਨੂੰ ਆਪਾਂ ਤੋੜ ਮਰੋੜ ਕੇ ਪੇਸ਼ ਨਾ ਕਰੀਏ। ਮੈਂ ਤੋੜ ਮਰੋੜ ਕੁਛ ਨਹੀਂ ਕੀਤਾ ਜੀ, ਤੁਸੀਂ ਜੋ ਕਿਹਾ ਮੈਂ ਉਹਦੇ ਨਾਲ ਅਗਰੀ ਕਰ ਰਿਹਾ। ਜੇ ਇਹ ਸਰ ਭਗਤ ਸਿੰਘ ਦੀ ਸਿਖਲਾਈ ਹੈ, ਫਿਰ ਅੱਜ ਅਸੀਂ ਜਾ ਕੇ ਪਾਰਲੀਮੈਂਟ 'ਚ ਜੋ 1984 'ਚ ਕੀਤਾ ਹੈ, ਜੋ ਸਾਡਾ ਕਤਲੇਆਮ ਹੋਇਆ ਹੈ, ਜਿਹੜਾ KPS ਗਿੱਲ ਨੇ ਕੀਤਾ ਹੈ, ਅਸੀਂ ਬੰਬ ਸੁੱਟ ਦਈਏ, ਇਹ ਹੁਣ ਸਾਨੂੰ ਅਲਾਉਡ ਹੈ? ਤੁਸੀਂ ਦੋ ਵੱਖਰੀਆਂ ਚੀਜ਼ਾਂ ਨੂੰ ਇਕੁਏਟ ਕਰ ਰਹੇ ਹੋ। ਪਾਰਲੀਮੈਂਟ ਦੇ ਵਿੱਚ ਜੋ ਬੰਬ ਸੁੱਟਿਆ ਗਿਆ, ਉਸ ਦੇ ਨਾਲ ਜੋ ਲੀਫਲੈਟ ਸੁੱਟਿਆ ਗਿਆ, ਉੱਥੇ ਉਹਨਾਂ ਦੇ ਵੱਲੋਂ ਲੀਫਲੈਟ ਦੇ ਵਿੱਚ ਲਿਖਿਆ ਗਿਆ ਕਿ ਇਹ ਆਵਾਜ਼ ਸੁਣਾਉਣ ਦੇ ਲਈ, ਕੰਨ ਖੋਲਣ ਦੇ ਲਈ ਜ਼ਰੂਰੀ ਸੀ, ਤੇ ਉਸ ਤੋਂ ਬਾਅਦ ਉਹਨਾਂ ਨੇ ਆਤਮ ਸਮਰਪਣ ਕੀਤਾ। ਇੱਕ ਵਾਰ ਗੱਲ ਸੁਣ ਲਓ, ਉਹਨਾਂ ਨੇ ਆਤਮ ਸਮਰਪਣ ਕੀਤਾ ਤੇ ਉਸ ਲੀਫਲੈਟ ਦੇ ਵਿੱਚ ਉਹ ਲਿਖਿਆ ਗਿਆ। ਉਸ ਤੋਂ ਬਾਅਦ ਉਹਨਾਂ ਨੇ ਆਤਮ ਸਮਰਪਣ ਕੀਤਾ। ਆਤਮ ਸਮਰਪਣ ਕਰਕੇ ਉਹ ਕੋਰਟ ਨੂੰ ਇੱਕ ਸਟੇਜ ਦੀ ਤਰ੍ਹਾਂ ਵਰਤਣਾ ਚਾਹੁੰਦੇ ਸੀ, ਜਿੱਥੇ ਉਹਨਾਂ ਨੇ ਆਪਣੇ ਆਰਗੂਮੈਂਟਸ ਦਿੱਤੇ ਨੇ ਤਾਂ ਕਿ ਲੋਕ ਜਾਗਣ, ਲੋਕ ਵਿਰੋਧ ਕਰਨ ਅੰਗਰੇਜ਼ਾਂ ਦਾ। ਤੁਸੀਂ ਦੋ ਵੱਖਰੀਆਂ ਚੀਜ਼ਾਂ ਨੂੰ ਇਕੁਏਟ ਕਰ ਰਹੇ ਹੋ ਅੱਜ ਦੀ ਸਥਿਤੀ 'ਚ। 1984 ਦੇ ਵਾਕਿਏ ਨੂੰ ਲੈ ਕੇ ਬੰਬ ਪਾਰਲੀਮੈਂਟ 'ਚ ਸੁੱਟਣਾ ਵਿਰੋਧ ਦੇ ਤੌਰ ਤੇ, ਇਜ਼ ਦੈਟ ਅਲਾਉਡ? ਤੁਸੀਂ ਐਗਜ਼ਾਮਪਲ ਭਗਤ ਸਿੰਘ ਦੀ ਲੈ ਰਹੇ ਹੋ ਕਿਸੇ ਹੋਰ ਚੀਜ਼ ਦੇ ਲਈ? ਬਿਲਕੁਲ ਉਹੀ ਚੀਜ਼ ਲਈ। ਭਾਰਤ ਸਟੇਟ ਨੇ ਸਿੱਖਾਂ ਦਾ ਕਤਲੇਆਮ ਕੀਤਾ ਜਿਵੇਂ ਡਾਇਰ ਨੇ ਕੀਤਾ। ਭਾਰਤ ਸਟੇਟ ਨੇ ਗੋਲੀਆਂ ਚਲਾ ਕੇ ਸਾਨੂੰ ਮਰਵਾਇਆ, ਟਾਇਰ ਪਾ ਕੇ ਸਾੜਿਆ, ਸਾਡਾ ਕਤਲ, ਰੇਪ, ਸਭ ਕੁਝ ਕੀਤਾ। ਹੋਂਦ ਚਿੱਲਰ ਹਰਿਆਣੇ 'ਚ ਪੂਰਾ ਪਿੰਡ ਖਾਲੀ ਕਰਤਾ। ਲੋਕਾਂ ਨੂੰ ਫੈਕਟਰੀਆਂ ਦੇ ਵਿੱਚ, UP ਦੇ ਵਿੱਚ ਮਾਰ ਕੇ ਸੁੱਟਤਾ। And there has been no justice since then. There has been no Karajkari which has righted this. So then do I have the right under this state to protest in the same way as Sar Bhagat Singh did? ਜਿਹੜੇ ਬਰਗਾੜੀ ਦੇ ਵਿੱਚ ਪੁਲਸੀਆਂ ਨੇ ਨੌਜਵਾਨਾਂ ਨੂੰ ਮਾਰਿਆ ਬਿਕੋਜ਼ ਸਾਡੇ ਜਾਨਾਂ ਤੋਂ ਪਿਆਰੇ ਗੁਰੂ ਗ੍ਰੰਥ ਸਾਹਿਬ ਨੂੰ ਪਾੜਿਆ, ਸਾੜਿਆ, ਗੰਦੀਆਂ ਨਾਲੀਆਂ 'ਚ ਸੁੱਟਿਆ। Do I have the right to go and kill policemen? DGP ਸਮੇਤ ਸੈਣੀ ਦਾ ਨਾਮ, ਲੇਕਿਨ ਇਹਨਾਂ ਮਾਮਲਿਆਂ ਦੇ ਵਿੱਚ ਕਾਰਵਾਈ ਵੀ ਹੋ ਰਹੀ ਹੈ। ਜੇ ਕਾਰਵਾਈ ਹੋ ਰਹੀ ਹੈ ਤਾਂ ਮੈਨੂੰ ਬੀਬੀ ਜੀ 1984 ਤੋਂ ਅੱਜ ਤਾਈਂ ਦਿਖਾ ਦਿਓ ਕੀ ਹੋਇਆ। ਗ੍ਰਿਫਤਾਰੀਆਂ ਹੋਈਆਂ ਨੇ, ਸਜ਼ਾਵਾਂ ਵੀ ਮਿਲੀਆਂ ਨੇ। ਹਾਂ, ਬਹੁਤ ਸਾਰੇ ਮਾਮਲਿਆਂ ਦੇ ਵਿੱਚ ਇਮਾਨ ਜੀ, ਬਹੁਤ ਸਾਰੇ ਮਾਮਲਿਆਂ ਦੇ ਵਿੱਚ ਅਸੀਂ ਸਵਾਲ ਚੁੱਕ ਸਕਦੇ ਹਾਂ। ਮੈਂ ਮੰਨਦੀ ਹਾਂ ਤੁਹਾਡੀ ਗੱਲ ਜੀ। ਨੋ ਜਸਟਿਸ ਬਰਗਾੜੀ 'ਚ ਨਹੀਂ ਮਿਲੀ ਹੈਗੀ, 1984 'ਚ ਨਹੀਂ ਮਿਲੀ ਹੈਗੀ। ਸਰ ਜਸਵੰਤ ਸਿੰਘ ਖਾਲਰਾ ਨੇ ਜਿਹੜਾ ਐਕਸਪੋਜ਼ ਕੀਤਾ ਸੀਗਾ ਸਿੱਖ ਦੀਆਂ ਕਿਲਿੰਗ ਇਨ ਦੁਰਗਾਨਾ ਮੰਦਿਰ ਸ਼ਮਸ਼ਾਨ ਘਾਟ, ਉਹਦਾ ਹਜੇ ਤੱਕ ਦੇਰ ਇਜ਼ ਨੋ ਜਸਟਿਸ। ਉਹਨਾਂ ਦੀ ਕਿਲਿੰਗ ਦੀ ਦੇਰ ਇਜ਼ ਨੋ ਜਸਟਿਸ। ਇਨ ਐਵਰੀ ਵੇ this has been suppressed, oppressed and denied. The situation is very much that of not getting justice and having freedom and voice. ठीक है ना जी? So the मेरा एक छोटा जिहा आखिरी सवाल है, ਤੁਸੀਂ ਉਹ ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ, ਤੁਸੀਂ 84 ਦਾ ਵੀ ਜ਼ਿਕਰ ਕੀਤਾ, ਬਰਗਾੜੀ ਦਾ ਵੀ ਜ਼ਿਕਰ ਕੀਤਾ, ਭਗਤ ਸਿੰਘ ਦਾ ਵੀ ਜ਼ਿਕਰ ਕੀਤਾ, ਲੇਕਿਨ ਫਿਰ ਤੁਸੀਂ ਆਪਣੇ ਹੀ ਜਿਹੜੇ ਵਿਚਾਰ ਪ੍ਰਗਟ ਕੀਤੇ ਨੇ, ਕੀ ਭਗਤ ਸਿੰਘ ਅੱਤਵਾਦੀ ਸੀ? ਫਿਰ ਵੀ ਇਹੀ ਕਹੋਗੇ? ਮੈਂ ਕਹਿੰਦਾ ਹੈ ਕਿ ਜੇ ਮੈਂ ਅੱਜ ਆਪਣੇ ਨੌਜਵਾਨ ਵੀਰਾਂ ਨੂੰ ਇਹ ਚੀਜ਼ ਬੇਨਤੀ ਕਰਾਂ, ਫੋਲੋ ਭਗਤ ਸਿੰਘ, ਹਾਊ ਵਿਲ ਦ ਸਟੇਟ ਰਿਐਕਟ? ਤੇ ਇਹ ਵੀ ਸਾਨੂੰ ਦੇਖਣਾ ਪੈਣਾ ਹੈਗਾ। ਜੇ ਮੇਰੇ ਨੌਜਵਾਨ ਵੀਰਾਂ ਨੂੰ ਜੇਲ੍ਹਾਂ 'ਚ ਸੁੱਟਣਗੇ, ਫਾਂਸੀ ਦੇ ਫੰਦਿਆਂ ਤੇ ਚੜਾਉਣਗੇ, ਜੇ ਉਹਨਾਂ ਨੂੰ ਜਾਨਲੇਵਾ ਇਹ ਕਰਨਾ ਚਾਹੀਦਾ ਕਰਨਗੇ, ਤਾਂ ਮੈਂ ਕਿਵੇਂ ਕਹਾਂ ਕਿ ਦਿਸ ਇਜ਼ ਦ ਰਾਈਟ ਐਗਜ਼ਾਮਪਲ ਟੂ ਫੋਲੋ? ਜਿਹੜੇ ਸਾਡੀ ਪਾਰਟੀ ਨੇ ਕੰਮ ਕੀਤਾ ਹੈ, ਦੈਟ ਹੈਜ਼ ਬੀਨ ਡਨ ਔਨ ਅ ਲਾਫੁਲ ਬੇਸਿਸ। ਅਸੀਂ ਪ੍ਰੋਟੈਸਟ ਕੀਤਾ ਹੈਗਾ, ਅਸੀਂ ਆਪਣੇ ਹਿਊਮਨ ਰਾਈਟਸ ਤੇ ਪਹਿਰਾ ਦਿੱਤਾ ਹੈਗਾ। ਵੀ ਯੂਜ਼ ਦ ਜੁਡੀਸ਼ੀਅਲ ਸਿਸਟਮ, ਵੀ ਯੂਜ਼ ਪ੍ਰੋਟੈਸਟ ਐਂਡ ਅਦਰ ਮੀਨਸ ਟੂ expose this. We have not followed the path of Sir Bhagat Singh.
We have not gone around killing people. We have not gone around bombing legislative assemblies. We have used a democratic power to get elected and make the point over there. जी जी. So I prefer my method. ठीक है ना जी. What you think of Sar Bhagat Singh is your business, but I will not tell any of our followers to follow that path. ਜੀ ਮੈਨੂੰ ਲੱਗਦਾ ਕਿ ਇੰਟਾਇਰਟੀ ਦੇ ਵਿੱਚ ਦੇਖਣੀਆਂ ਚਾਹੀਦੀਆਂ ਨੇ ਚੀਜ਼ਾਂ। ਭਗਤ ਸਿੰਘ ਨੇ ਉਸ ਤੋਂ ਬਾਅਦ ਬੰਬ ਤੇ ਪਿਸਤੌਲ ਤੇ ਵੀ ਲਿਖਿਆ ਹੈ, ਮੈਨੂੰ ਲੱਗਦਾ ਉਹ ਵੀ ਦੇਖਣਾ ਚਾਹੀਦਾ ਹੈ ਕਿ ਵਿਚਾਰ ਕੀ ਪ੍ਰਗਟ ਕੀਤੇ ਗਏ ਨੇ ਫਿਲਹਾਲ ਦੇ ਲਈ। ਜੀ 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 ਮੈਂ ਆਪਣੇ ਸੰਗਤ ਨੂੰ ਕਹੂੰਗਾ ਕਿ ਫੋਲੋ ਅ ਡੈਮੋਕ੍ਰੈਟਿਕ ਲਾਫੁਲ ਪਾਥ ਐਂਡ ਵੀ ਵਿਲ ਅਚੀਵ ਵਿਕਟਰੀ। ਆਈ ਡੋਂਟ ਸੁਜੈਸਟ ਕਿ ਸਿੰਘ ਦੇ ਰਾਹ ਲਿਖੋ। ਜੀ ਠੀਕ ਹੈ, ਸ਼ੁਕਰੀਆ ਇਮਾਨ ਜੀ ਸਾਡੇ ਨਾਲ ਜੁੜਨ ਦੇ ਲਈ। ਇਮਾਨ